मैं तो सिद्धू साहब ਨੂੰ ਇੱਕੋ ਬੇਨਤੀ ਕਰਨਾ ਚਾਹੁੰਦਾ कि सिद्धू साहब ਅਸੀਂ ਉਹ ਲੋਕ ਨਹੀਂ ਕਿ ਜਿਹੜਾ ਡਿੱਗੇ ਦੇ ਉੱਤੇ ਠੁੱਡੇ ਮਾਰੀਏ। ਜੇ ਕਿਤੇ ਕੋਈ ਹੋਰ ਹੁੰਦਾ ਤੁਸੀਂ ਜਿੱਦਾਂ AK-47 ਚੱਲਦੀ ਹੈ ਇਦਾਂ ਤੁਹਾਡੀ ਜੀਪ ਚੱਲਦੀ ਆ, ਤੁਸੀਂ ਰੁਕਣਾ ਹੀ ਨਹੀਂ ਸੀ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਸੀ ਤੁਸੀਂ ਬੋਲਦੇ ਕੀ ਹੋ, ਫਿਰ ਬਾਅਦ ਠੋਕੋ ਤਾਲੀ ਕਰ ਦੇਣਾ ਸੀ। ਮੈਂ ਪਹਿਲੇ ਪ੍ਰਧਾਨ ਵੇਖਿਆ ਜਿਨ੍ਹਾਂ ਦੀ ਪ੍ਰਧਾਨਗੀ ਹੇਠ 117 ਸੀਟਾਂ ਲੜੀਆਂ ਗਈਆਂ ਹੋਣ ਔਰ ਉਹਨਾਂ 117 ਸੀਟਾਂ 'ਚੋਂ ਉਹ ਕੇਵਲ ਇੱਕ ਸੀਟ 'ਤੇ ਪ੍ਰਚਾਰ ਕੀਤਾ ਉਹਨਾਂ ਨੇ। ਉਹ ਕਿਹੜੀ ਸੀ? ਉਹਨਾਂ ਦੀ ਆਪ ਦੀ ਸੀ। 116 'ਤੇ ਪ੍ਰਚਾਰ ਹੀ ਨਹੀਂ ਕੀਤਾ। ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦਾ, ਜਿਨ੍ਹਾਂ ਨੂੰ ਤੁਸੀਂ ਮਾਰਦੇ ਸੀਗੇ ਉਹ ਦੋਨੋਂ ਜਿੱਤ ਗਏ ਤੇ ਤੁਸੀਂ ਆਪਣੇ ਆਲਾਪ ਝਾਤੀ ਮਾਰ ਲਓ। ਹੁਣ ਮੈਨੂੰ ਤਾਂ ਸ਼ੱਕ ਹੈ ਕਿਤੇ ਉੱਪਰੋਂ BJP ਤੋਂ ਇਹਨੂੰ ਮਾਫੀ ਮੂਫੀ ਨਾ ਦਵਾ ਦੇਣ। ਇਹਨੂੰ ਰੈਲਾ ਕਰਨਾ ਸੀ ਕਰ ਲਿਆ, ਮਾਫੀ ਦਵਾ ਕੇ ਆਪਣੇ ਨਾਲ ਜੋੜ ਲੈਣਗੇ। ਗੁੱਡ ਬਾਏ ਕਹਿ ਕੇ ਘਰ ਬਹਿ ਜਾਂਦੇ ਠੀਕ ਸੀ। ਉਹਨਾਂ ਦੀ ਮੈਂ ਇੱਜ਼ਤ ਕਰਦਾ। ਉਹਨਾਂ ਦੇ ਪਿਤਾ ਜੀ ਨੇ ਪਾਰਟੀ ਦੀ ਬੜੀ ਵੱਡੀ ਲੰਮੇ ਸਮੇਂ ਲਈ ਸੇਵਾ ਕੀਤੀ ਔਰ ਪਾਰਟੀ ਨੇ ਉਹਨਾਂ ਨੂੰ ਬਹੁਤ ਵੱਡੇ ਵੱਡੇ ਅਹੁਦੇ ਦੇ ਕੇ ਨਵਾਜਿਆ। ਜਾਖੜ ਸਾਹਿਬ ਨੂੰ ਵੀ ਅਹੁਦੇ ਬੜੇ ਵੱਡਾ ਦਿੱਤਾ, ਹਾਲਾਂਕਿ ਹਾਰ ਗਏ ਸੀ, ਉਹਨਾਂ ਨੂੰ ਪ੍ਰਧਾਨ ਬਣਾਇਆ। ਔਰ ਸ਼ਾਬਾਸ਼ ਦੇਣੀ ਚਾਹੁੰਦਾ ਮੈਂ ਚਰਨਜੀਤ ਸਿੰਘ ਚੰਨੀ ਨੂੰ, ਜਿਨ੍ਹਾਂ ਦੇ ਸਿੱਧੂ ਸਾਹਿਬ ਉਲਟ ਬੋਲਦੇ ਰਹੇ, ਲਗਾਤਾਰ ਉਲਟ ਬੋਲਦੇ ਰਹੇ। ਚਰਨਜੀਤ ਸਿੰਘ ਚੰਨੀ ਉਹਨਾਂ ਨੇ ਉਹਨੂੰ ਕੰਪੇਨ 'ਚ ਸੱਦਿਆ ਕਿ ਮੇਰੀ ਮਦਦ ਕਰੋ, ਮੈਂ ਮਰ ਗਿਆ, ਤੇ ਉਹ ਫਿਰ ਚਲੇ ਗਏ। ਫਰਾਕ ਦਿਲੀ ਆ ਉਹਨਾਂ ਦੀ। ਸੋ ਫਰਾਕ ਦਿਲ ਬਣਨ ਦੀ ਕੋਸ਼ਿਸ਼ ਕਰੋ। ਮੈਂ ਤੁਹਾਡੇ 'ਤੇ ਕੋਈ ਵਾਰ ਨਹੀਂ ਕਰਨਾ ਚਾਹੁੰਦਾ, ਕਿਉਂਕਿ ਤੁਸੀਂ ਤਾਂ ਉਹ ਇਨਸਾਨ ਹੋ ਜਿਨ੍ਹਾਂ ਨੇ ਰਾਜੇ ਰਾਣੇ ਸਾਰੇ ਸਾਫ਼ ਕਰ ਦੇਣੇ ਸੀ। ਮੈਂ ਤਾਂ ਸਿੱਧੂ ਸਾਹਿਬ ਨੂੰ ਇੱਕੋ ਬੇਨਤੀ ਕਰਨਾ ਚਾਹੁੰਦਾ ਕਿ ਸਿੱਧੂ ਸਾਹਿਬ ਅਸੀਂ ਉਹ ਲੋਕ ਨਹੀਂ ਕਿ ਜਿਹੜਾ ਡਿੱਗੇ ਦੇ ਉੱਤੇ ਠੁੱਡੇ ਮਾਰੀਏ। ਜੇ ਕਿਤੇ ਕੋਈ ਹੋਰ ਹੁੰਦਾ ਤੁਸੀਂ ਜਿੱਦਾਂ AK-47 ਚੱਲਦੀ ਹੈ ਇਦਾਂ ਤੁਹਾਡੀ ਜੀਪ ਚੱਲਦੀ ਆ, ਤੁਸੀਂ ਰੁਕਣਾ ਹੀ ਨਹੀਂ ਸੀ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਸੀ ਤੁਸੀਂ ਬੋਲਦੇ ਕੀ ਹੋ, ਫਿਰ ਬਾਅਦ ਠੋਕੋ ਤਾਲੀ ਕਰ ਦੇਣਾ ਸੀ। ਮੈਂ ਪਹਿਲੇ ਪ੍ਰਧਾਨ ਵੇਖਿਆ ਜਿਨ੍ਹਾਂ ਦੀ ਪ੍ਰਧਾਨਗੀ ਹੇਠ 117 ਸੀਟਾਂ ਲੜੀਆਂ ਗਈਆਂ ਹੋਣ ਔਰ ਉਹਨਾਂ 117 ਸੀਟਾਂ 'ਚੋਂ ਉਹ ਕੇਵਲ ਇੱਕ ਸੀਟ 'ਤੇ ਪ੍ਰਚਾਰ ਕੀਤਾ ਉਹਨਾਂ ਨੇ। ਉਹ ਕਿਹੜੀ ਸੀ? ਉਹਨਾਂ ਦੀ ਆਪ ਦੀ ਸੀ। 116 'ਤੇ ਪ੍ਰਚਾਰ ਹੀ ਨਹੀਂ ਕੀਤਾ। ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦਾ, ਜਿਨ੍ਹਾਂ ਨੂੰ ਤੁਸੀਂ ਮਾਰਦੇ ਸੀਗੇ ਉਹ ਦੋਨੋਂ ਜਿੱਤ ਗਏ ਤੇ ਤੁਸੀਂ ਆਪਣੇ ਆਲਾਪ ਝਾਤੀ ਮਾਰ ਲਓ। ਹੁਣ ਮੈਨੂੰ ਤਾਂ ਸ਼ੱਕ ਹੈ ਕਿਤੇ ਉੱਪਰੋਂ BJP ਤੋਂ ਇਹਨੂੰ ਮਾਫੀ ਮੂਫੀ ਨਾ ਦਵਾ ਦੇਣ। ਇਹਨੂੰ ਰੈਲਾ ਕਰਨਾ ਸੀ ਕਰ ਲਿਆ, ਮਾਫੀ ਦਵਾ ਕੇ ਆਪਣੇ ਨਾਲ ਜੋੜ ਲੈਣਗੇ। ਗੁੱਡ ਬਾਏ ਕਹਿ ਕੇ ਘਰ ਬਹਿ ਜਾਂਦੇ ਠੀਕ ਸੀ। ਉਹਨਾਂ ਦੀ ਮੈਂ ਇੱਜ਼ਤ ਕਰਦਾ। ਉਹਨਾਂ ਦੇ ਪਿਤਾ ਜੀ ਨੇ ਪਾਰਟੀ ਦੀ ਬੜੀ ਵੱਡੀ ਲੰਮੇ ਸਮੇਂ ਲਈ ਸੇਵਾ ਕੀਤੀ ਔਰ ਪਾਰਟੀ ਨੇ ਉਹਨਾਂ ਨੂੰ ਬਹੁਤ ਵੱਡੇ ਵੱਡੇ ਅਹੁਦੇ ਦੇ ਕੇ ਨਵਾਜਿਆ। ਜਾਖੜ ਸਾਹਿਬ ਨੂੰ ਵੀ ਅਹੁਦੇ ਬੜੇ ਵੱਡਾ ਦਿੱਤਾ, ਹਾਲਾਂਕਿ ਹਾਰ ਗਏ ਸੀ, ਉਹਨਾਂ ਨੂੰ ਪ੍ਰਧਾਨ ਬਣਾਇਆ। ਔਰ ਸ਼ਾਬਾਸ਼ ਦੇਣੀ ਚਾਹੁੰਦਾ ਮੈਂ ਚਰਨਜੀਤ ਸਿੰਘ ਚੰਨੀ ਨੂੰ, ਜਿਨ੍ਹਾਂ ਦੇ ਸਿੱਧੂ ਸਾਹਿਬ ਉਲਟ ਬੋਲਦੇ ਰਹੇ, ਲਗਾਤਾਰ ਉਲਟ ਬੋਲਦੇ ਰਹੇ। ਚਰਨਜੀਤ ਸਿੰਘ ਚੰਨੀ ਉਹਨਾਂ ਨੇ ਉਹਨੂੰ ਕੰਪੇਨ 'ਚ ਸੱਦਿਆ ਕਿ ਮੇਰੀ ਮਦਦ ਕਰੋ, ਮੈਂ ਮਰ ਗਿਆ, ਤੇ ਉਹ ਫਿਰ ਚਲੇ ਗਏ। ਫਰਾਕ ਦਿਲੀ ਆ ਉਹਨਾਂ ਦੀ। ਸੋ ਫਰਾਕ ਦਿਲ ਬਣਨ ਦੀ ਕੋਸ਼ਿਸ਼ ਕਰੋ। ਮੈਂ ਤੁਹਾਡੇ 'ਤੇ ਕੋਈ ਵਾਰ ਨਹੀਂ ਕਰਨਾ ਚਾਹੁੰਦਾ, ਕਿਉਂਕਿ ਤੁਸੀਂ ਤਾਂ ਉਹ ਇਨਸਾਨ ਹੋ ਜਿਨ੍ਹਾਂ ਨੇ ਰਾਜੇ ਰਾਣੇ ਸਾਰੇ ਸਾਫ਼ ਕਰ ਦੇਣੇ ਸੀ। ਮੈਂ ਤਾਂ ਸਿੱਧੂ ਸਾਹਿਬ ਨੂੰ ਇੱਕੋ ਬੇਨਤੀ ਕਰਨਾ ਚਾਹੁੰਦਾ ਕਿ ਸਿੱਧੂ ਸਾਹਿਬ ਅਸੀਂ ਉਹ ਲੋਕ ਨਹੀਂ ਕਿ ਜਿਹੜਾ ਡਿੱਗੇ ਦੇ ਉੱਤੇ ਠੁੱਡੇ ਮਾਰੀਏ। ਜੇ ਕਿਤੇ ਕੋਈ ਹੋਰ ਹੁੰਦਾ ਤੁਸੀਂ ਜਿੱਦਾਂ AK-47 ਚੱਲਦੀ ਹੈ ਇਦਾਂ ਤੁਹਾਡੀ ਜੀਪ ਚੱਲਦੀ ਆ, ਤੁਸੀਂ ਰੁਕਣਾ ਹੀ ਨਹੀਂ ਸੀ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਸੀ ਤੁਸੀਂ ਬੋਲਦੇ ਕੀ ਹੋ, ਫਿਰ ਬਾਅਦ ਠੋਕੋ ਤਾਲੀ ਕਰ ਦੇਣਾ ਸੀ। ਮੈਂ ਪਹਿਲੇ ਪ੍ਰਧਾਨ ਵੇਖਿਆ ਜਿਨ੍ਹਾਂ ਦੀ ਪ੍ਰਧਾਨਗੀ ਹੇਠ 117 ਸੀਟਾਂ ਲੜੀਆਂ ਗਈਆਂ ਹੋਣ ਔਰ ਉਹਨਾਂ 117 ਸੀਟਾਂ 'ਚੋਂ ਉਹ ਕੇਵਲ ਇੱਕ ਸੀਟ 'ਤੇ ਪ੍ਰਚਾਰ ਕੀਤਾ ਉਹਨਾਂ ਨੇ। ਉਹ ਕਿਹੜੀ ਸੀ? ਉਹਨਾਂ ਦੀ ਆਪ ਦੀ ਸੀ। 116 'ਤੇ ਪ੍ਰਚਾਰ ਹੀ ਨਹੀਂ ਕੀਤਾ। ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦਾ, ਜਿਨ੍ਹਾਂ ਨੂੰ ਤੁਸੀਂ ਮਾਰਦੇ ਸੀਗੇ ਉਹ ਦੋਨੋਂ ਜਿੱਤ ਗਏ ਤੇ ਤੁਸੀਂ ਆਪਣੇ ਆਲਾਪ ਝਾਤੀ ਮਾਰ ਲਓ। ਹੁਣ ਮੈਨੂੰ ਤਾਂ ਸ਼ੱਕ ਹੈ ਕਿਤੇ ਉੱਪਰੋਂ BJP ਤੋਂ ਇਹਨੂੰ ਮਾਫੀ ਮੂਫੀ ਨਾ ਦਵਾ ਦੇਣ। ਇਹਨੂੰ ਰੈਲਾ ਕਰਨਾ ਸੀ ਕਰ ਲਿਆ, ਮਾਫੀ ਦਵਾ ਕੇ ਆਪਣੇ ਨਾਲ ਜੋੜ ਲੈਣਗੇ। ਗੁੱਡ ਬਾਏ ਕਹਿ ਕੇ ਘਰ ਬਹਿ ਜਾਂਦੇ ਠੀਕ ਸੀ। ਉਹਨਾਂ ਦੀ ਮੈਂ ਇੱਜ਼ਤ ਕਰਦਾ। ਉਹਨਾਂ ਦੇ ਪਿਤਾ ਜੀ ਨੇ ਪਾਰਟੀ ਦੀ ਬੜੀ ਵੱਡੀ ਲੰਮੇ ਸਮੇਂ ਲਈ ਸੇਵਾ ਕੀਤੀ ਔਰ ਪਾਰਟੀ ਨੇ ਉਹਨਾਂ ਨੂੰ ਬਹੁਤ ਵੱਡੇ ਵੱਡੇ ਅਹੁਦੇ ਦੇ ਕੇ ਨਵਾਜਿਆ। ਜਾਖੜ ਸਾਹਿਬ ਨੂੰ ਵੀ ਅਹੁਦੇ ਬੜੇ ਵੱਡਾ ਦਿੱਤਾ, ਹਾਲਾਂਕਿ ਹਾਰ ਗਏ ਸੀ,
ਉਹਨਾਂ ਨੂੰ ਪ੍ਰਧਾਨ ਬਣਾਇਆ। ਔਰ ਸ਼ਾਬਾਸ਼ ਦੇਣੀ ਚਾਹੁੰਦਾ ਮੈਂ ਚਰਨਜੀਤ ਸਿੰਘ ਚੰਨੀ ਨੂੰ, ਜਿਨ੍ਹਾਂ ਦੇ ਸਿੱਧੂ ਸਾਹਿਬ ਉਲਟ ਬੋਲਦੇ ਰਹੇ, ਲਗਾਤਾਰ ਉਲਟ ਬੋਲਦੇ ਰਹੇ। ਚਰਨਜੀਤ ਸਿੰਘ ਚੰਨੀ ਉਹਨਾਂ ਨੇ ਉਹਨੂੰ ਕੰਪੇਨ 'ਚ ਸੱਦਿਆ ਕਿ ਮੇਰੀ ਮਦਦ ਕਰੋ, ਮੈਂ ਮਰ ਗਿਆ, ਤੇ ਉਹ ਫਿਰ ਚਲੇ ਗਏ। ਫਰਾਕ ਦਿਲੀ ਆ ਉਹਨਾਂ ਦੀ। ਸੋ ਫਰਾਕ ਦਿਲ ਬਣਨ ਦੀ ਕੋਸ਼ਿਸ਼ ਕਰੋ। ਮੈਂ ਤੁਹਾਡੇ ਤੇ ਕੋਈ ਵਾਰ ਨਹੀਂ ਕਰਨਾ ਚਾਹੁੰਦਾ, ਕਿਉਂਕਿ ਤੁਸੀਂ ਤਾਂ ਉਹ ਇਨਸਾਨ ਹੋ ਜਿਨ੍ਹਾਂ ਨੇ ਰਾਜੇ ਰਾਣੇ ਸਾਰੇ ਸਾਫ਼ ਕਰ ਦੇਣੇ ਸੀ। ਮੈਂ ਤਾਂ ਸਿੱਧੂ ਸਾਹਿਬ ਨੂੰ ਇੱਕੋ ਬੇਨਤੀ ਕਰਨਾ ਚਾਹੁੰਦਾ ਕਿ ਸਿੱਧੂ ਸਾਹਿਬ, ਅਸੀਂ ਉਹ ਲੋਕ ਨਹੀਂ ਕਿ ਜਿਹੜਾ ਡਿੱਗੇ ਦੇ ਉੱਤੇ ਠੁੱਡੇ ਮਾਰੀਏ। ਜੇ ਕਿਤੇ ਕੋਈ ਹੋਰ ਹੁੰਦਾ, ਤੁਸੀਂ ਜਿੱਦਾਂ AK-47 ਚੱਲਦੀ ਹੈ, ਇੱਦਾਂ ਤੁਹਾਡੀ ਜੀਪ ਚੱਲਦੀ ਆ, ਤੁਸੀਂ ਰੁਕਣਾ ਹੀ ਨਹੀਂ ਸੀ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਸੀ ਤੁਸੀਂ ਬੋਲਦੇ ਕੀ ਹੋ। ਫਿਰ ਬਾਅਦ ਠੋਕੋ ਤਾਲੀ ਕਰ ਦੇਣਾ ਸੀ। ਮੈਂ ਪਹਿਲੇ ਪ੍ਰਧਾਨ ਵੇਖਿਆ ਜਿਨ੍ਹਾਂ ਦੀ ਪ੍ਰਧਾਨਗੀ ਹੇਠ 117 ਸੀਟਾਂ ਲੜੀਆਂ ਗਈਆਂ ਹੋਣ, ਔਰ ਉਹਨਾਂ 117 ਸੀਟਾਂ 'ਚੋਂ ਉਹ ਕੇਵਲ ਇੱਕ ਸੀਟ 'ਤੇ ਪ੍ਰਚਾਰ ਕੀਤਾ ਉਹਨਾਂ ਨੇ। ਉਹ ਕਿਹੜੀ ਸੀ? ਉਹਨਾਂ ਦੀ ਆਪ ਦੀ ਸੀ। 116 'ਤੇ ਪ੍ਰਚਾਰ ਹੀ ਨਹੀਂ ਕੀਤਾ। ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦਾ, ਜਿਨ੍ਹਾਂ ਨੂੰ ਤੁਸੀਂ ਮਾਰਦੇ ਸੀਗੇ ਉਹ ਦੋਨੋਂ ਜਿੱਤ ਗਏ, ਤੇ ਤੁਸੀਂ ਆਪਣੇ ਆਪ ਝਾਤੀ ਮਾਰ ਲਓ। ਹੁਣ ਮੈਨੂੰ ਤਾਂ ਸ਼ੱਕ ਹੈ ਕਿਤੇ ਉੱਪਰੋਂ BJP ਤੋਂ ਇਹਨੂੰ ਮਾਫੀ ਨਾ ਦਵਾ ਦੇਣ। ਇਹਨੂੰ ਰੈਲਾ ਕਰਨਾ ਸੀ, ਕਰ ਲਿਆ, ਮਾਫੀ ਦਵਾ ਕੇ ਆਪਣੇ ਨਾਲ ਜੋੜ ਲੈਣਗੇ। ਗੁੱਡ ਬਾਏ ਕਹਿ ਕੇ ਘਰ ਬਹਿ ਜਾਂਦੇ ਠੀਕ ਸੀ। ਉਹਨਾਂ ਦੀ ਮੈਂ ਇੱਜ਼ਤ ਕਰਦਾ। ਉਹਨਾਂ ਦੇ ਪਿਤਾ ਜੀ ਨੇ ਪਾਰਟੀ ਦੀ ਬੜੀ ਵੱਡੀ ਲੰਮੇ ਸਮੇਂ ਲਈ ਸੇਵਾ ਕੀਤੀ, ਔਰ ਪਾਰਟੀ ਨੇ ਉਹਨਾਂ ਨੂੰ ਬਹੁਤ ਵੱਡੇ ਵੱਡੇ ਅਹੁਦੇ ਦੇ ਕੇ ਨਵਾਜਿਆ। ਜਾਖੜ ਸਾਹਿਬ ਨੂੰ ਵੀ ਅਹੁਦੇ ਬੜੇ ਵੱਡਾ ਦਿੱਤਾ, ਹਾਲਾਂਕਿ ਹਾਰ ਗਏ ਸੀ। ਉਹਨਾਂ ਨੂੰ ਪ੍ਰਧਾਨ ਬਣਾਇਆ। ਔਰ ਸ਼ਾਬਾਸ਼ ਦੇਣੀ ਚਾਹੁੰਦਾ ਮੈਂ ਚਰਨਜੀਤ ਸਿੰਘ ਚੰਨੀ ਨੂੰ, ਜਿਨ੍ਹਾਂ ਦੇ ਸਿੱਧੂ ਸਾਹਿਬ ਉਲਟ ਬੋਲਦੇ ਰਹੇ, ਲਗਾਤਾਰ ਉਲਟ ਬੋਲਦੇ ਰਹੇ। ਚਰਨਜੀਤ ਸਿੰਘ ਚੰਨੀ ਉਹਨਾਂ ਨੇ ਉਹਨੂੰ ਕੰਪੇਨ 'ਚ ਸੱਦਿਆ ਕਿ ਮੇਰੀ ਮਦਦ ਕਰੋ, ਮੈਂ ਮਰ ਗਿਆ, ਤੇ ਉਹ ਫਿਰ ਚਲੇ ਗਏ। ਫਰਾਕ ਦਿਲੀ ਆ ਉਹਨਾਂ ਦੀ। ਸੋ ਫਰਾਕ ਦਿਲ ਬਣਨ ਦੀ ਕੋਸ਼ਿਸ਼ ਕਰੋ। ਮੈਂ ਤੁਹਾਡੇ ਤੇ ਕੋਈ ਵਾਰ ਨਹੀਂ ਕਰਨਾ ਚਾਹੁੰਦਾ, ਕਿਉਂਕਿ ਤੁਸੀਂ ਤਾਂ ਉਹ ਇਨਸਾਨ ਹੋ ਜਿਨ੍ਹਾਂ ਨੇ ਰਾਜੇ ਰਾਣੇ ਸਾਰੇ ਸਾਫ਼ ਕਰ ਦੇਣੇ ਸੀ। ਮੈਂ ਤਾਂ ਸਿੱਧੂ ਸਾਹਿਬ ਨੂੰ ਇੱਕੋ ਬੇਨਤੀ ਕਰਨਾ ਚਾਹੁੰਦਾ ਕਿ ਸਿੱਧੂ ਸਾਹਿਬ, ਅਸੀਂ ਉਹ ਲੋਕ ਨਹੀਂ ਕਿ ਜਿਹੜਾ ਡਿੱਗੇ ਦੇ ਉੱਤੇ ਠੁੱਡੇ ਮਾਰੀਏ। ਜੇ ਕਿਤੇ ਕੋਈ ਹੋਰ ਹੁੰਦਾ, ਤੁਸੀਂ ਜਿੱਦਾਂ AK-47 ਚੱਲਦੀ ਹੈ, ਇੱਦਾਂ ਤੁਹਾਡੀ ਜੀਪ ਚੱਲਦੀ ਆ, ਤੁਸੀਂ ਰੁਕਣਾ ਹੀ ਨਹੀਂ ਸੀ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਸੀ ਤੁਸੀਂ ਬੋਲਦੇ ਕੀ ਹੋ। ਫਿਰ ਬਾਅਦ ਠੋਕੋ ਤਾਲੀ ਕਰ ਦੇਣਾ ਸੀ। ਮੈਂ ਪਹਿਲੇ ਪ੍ਰਧਾਨ ਵੇਖਿਆ ਜਿਨ੍ਹਾਂ ਦੀ ਪ੍ਰਧਾਨਗੀ ਹੇਠ 117 ਸੀਟਾਂ ਲੜੀਆਂ ਗਈਆਂ ਹੋਣ, ਔਰ ਉਹਨਾਂ 117 ਸੀਟਾਂ 'ਚੋਂ ਉਹ ਕੇਵਲ ਇੱਕ ਸੀਟ 'ਤੇ ਪ੍ਰਚਾਰ ਕੀਤਾ ਉਹਨਾਂ ਨੇ। ਉਹ ਕਿਹੜੀ ਸੀ? ਉਹਨਾਂ ਦੀ ਆਪ ਦੀ ਸੀ। 116 'ਤੇ ਪ੍ਰਚਾਰ ਹੀ ਨਹੀਂ ਕੀਤਾ। ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦਾ, ਜਿਨ੍ਹਾਂ ਨੂੰ ਤੁਸੀਂ ਮਾਰਦੇ ਸੀਗੇ ਉਹ ਦੋਨੋਂ ਜਿੱਤ ਗਏ, ਤੇ ਤੁਸੀਂ ਆਪਣੇ ਆਪ ਝਾਤੀ ਮਾਰ ਲਓ। ਹੁਣ ਮੈਨੂੰ ਤਾਂ ਸ਼ੱਕ ਹੈ ਕਿਤੇ ਉੱਪਰੋਂ BJP ਤੋਂ ਇਹਨੂੰ ਮਾਫੀ ਨਾ ਦਵਾ ਦੇਣ। ਇਹਨੂੰ ਰੈਲਾ ਕਰਨਾ ਸੀ, ਕਰ ਲਿਆ, ਮਾਫੀ ਦਵਾ ਕੇ ਆਪਣੇ ਨਾਲ ਜੋੜ ਲੈਣਗੇ। ਗੁੱਡ ਬਾਏ ਕਹਿ ਕੇ ਘਰ ਬਹਿ ਜਾਂਦੇ ਠੀਕ ਸੀ। ਉਹਨਾਂ ਦੀ ਮੈਂ ਇੱਜ਼ਤ ਕਰਦਾ। ਉਹਨਾਂ ਦੇ ਪਿਤਾ ਜੀ ਨੇ ਪਾਰਟੀ ਦੀ ਬੜੀ ਵੱਡੀ ਲੰਮੇ ਸਮੇਂ ਲਈ ਸੇਵਾ ਕੀਤੀ, ਔਰ ਪਾਰਟੀ ਨੇ ਉਹਨਾਂ ਨੂੰ ਬਹੁਤ ਵੱਡੇ ਵੱਡੇ ਅਹੁਦੇ ਦੇ ਕੇ ਨਵਾਜਿਆ। ਜਾਖੜ ਸਾਹਿਬ ਨੂੰ ਵੀ ਅਹੁਦੇ ਬੜੇ ਵੱਡਾ ਦਿੱਤਾ, ਹਾਲਾਂਕਿ ਹਾਰ ਗਏ ਸੀ। ਉਹਨਾਂ ਨੂੰ ਪ੍ਰਧਾਨ ਬਣਾਇਆ। ਔਰ ਸ਼ਾਬਾਸ਼ ਦੇਣੀ ਚਾਹੁੰਦਾ ਮੈਂ ਚਰਨਜੀਤ ਸਿੰਘ ਚੰਨੀ ਨੂੰ, ਜਿਨ੍ਹਾਂ ਦੇ ਸਿੱਧੂ ਸਾਹਿਬ ਉਲਟ ਬੋਲਦੇ ਰਹੇ, ਲਗਾਤਾਰ ਉਲਟ ਬੋਲਦੇ ਰਹੇ। ਚਰਨਜੀਤ ਸਿੰਘ ਚੰਨੀ ਉਹਨਾਂ ਨੇ ਉਹਨੂੰ ਕੰਪੇਨ 'ਚ ਸੱਦਿਆ ਕਿ ਮੇਰੀ ਮਦਦ ਕਰੋ, ਮੈਂ ਮਰ ਗਿਆ, ਤੇ ਉਹ ਫਿਰ ਚਲੇ ਗਏ। ਫਰਾਕ ਦਿਲੀ ਆ ਉਹਨਾਂ ਦੀ। ਸੋ ਫਰਾਕ ਦਿਲ ਬਣਨ ਦੀ ਕੋਸ਼ਿਸ਼ ਕਰੋ। ਮੈਂ ਤੁਹਾਡੇ ਤੇ ਕੋਈ ਵਾਰ ਨਹੀਂ ਕਰਨਾ ਚਾਹੁੰਦਾ, ਕਿਉਂਕਿ ਤੁਸੀਂ ਤਾਂ ਉਹ ਇਨਸਾਨ ਹੋ ਜਿਨ੍ਹਾਂ ਨੇ ਰਾਜੇ ਰਾਣੇ ਸਾਰੇ ਸਾਫ਼ ਕਰ ਦੇਣੇ ਸੀ। ਮੈਂ ਤਾਂ ਸਿੱਧੂ ਸਾਹਿਬ ਨੂੰ ਇੱਕੋ ਬੇਨਤੀ ਕਰਨਾ ਚਾਹੁੰਦਾ ਕਿ ਸਿੱਧੂ ਸਾਹਿਬ, ਅਸੀਂ ਉਹ ਲੋਕ ਨਹੀਂ ਕਿ ਜਿਹੜਾ ਡਿੱਗੇ ਦੇ ਉੱਤੇ ਠੁੱਡੇ ਮਾਰੀਏ। ਜੇ ਕਿਤੇ ਕੋਈ ਹੋਰ ਹੁੰਦਾ, ਤੁਸੀਂ ਜਿੱਦਾਂ AK-47 ਚੱਲਦੀ ਹੈ, ਇੱਦਾਂ ਤੁਹਾਡੀ ਜੀਪ ਚੱਲਦੀ ਆ, ਤੁਸੀਂ ਰੁਕਣਾ ਹੀ ਨਹੀਂ ਸੀ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਸੀ ਤੁਸੀਂ ਬੋਲਦੇ ਕੀ ਹੋ। ਫਿਰ ਬਾਅਦ ਠੋਕੋ ਤਾਲੀ ਕਰ ਦੇਣਾ ਸੀ। ਮੈਂ ਪਹਿਲੇ ਪ੍ਰਧਾਨ ਵੇਖਿਆ ਜਿਨ੍ਹਾਂ ਦੀ ਪ੍ਰਧਾਨਗੀ ਹੇਠ 117 ਸੀਟਾਂ ਲੜੀਆਂ ਗਈਆਂ ਹੋਣ, ਔਰ ਉਹਨਾਂ 117 ਸੀਟਾਂ 'ਚੋਂ ਉਹ ਕੇਵਲ ਇੱਕ ਸੀਟ 'ਤੇ ਪ੍ਰਚਾਰ ਕੀਤਾ ਉਹਨਾਂ ਨੇ। ਉਹ ਕਿਹੜੀ ਸੀ? ਉਹਨਾਂ ਦੀ ਆਪ ਦੀ ਸੀ। 116 'ਤੇ ਪ੍ਰਚਾਰ ਹੀ ਨਹੀਂ ਕੀਤਾ। ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦਾ, ਜਿਨ੍ਹਾਂ ਨੂੰ ਤੁਸੀਂ ਮਾਰਦੇ ਸੀਗੇ ਉਹ ਦੋਨੋਂ ਜਿੱਤ ਗਏ,
ਤੇ ਤੁਸੀਂ ਆਪਣੇ ਆਪ ਝਾਤੀ ਮਾਰ ਲਓ। ਹੁਣ ਮੈਨੂੰ ਤਾਂ ਸ਼ੱਕ ਹੈ ਕਿਤੇ ਉੱਪਰੋਂ ਬੀਜੇਪੀ ਤੋਂ ਇਹਨੂੰ ਮਾਫੀ ਮੂਫੀ ਨਾ ਦਵਾ ਦੇਣ। ਇਹਨੂੰ ਰੈਲਾ ਕਰਨਾ ਸੀ, ਕਰ ਲਿਆ, ਮਾਫੀ ਦਵਾ ਕੇ ਆਪਣੇ ਨਾਲ ਜੋੜ ਲੈਣਗੇ। ਗੁੱਡ ਬਾਏ ਕਹਿ ਕੇ ਘਰ ਬਹਿ ਜਾਂਦੇ ਠੀਕ ਸੀ। ਉਹਨਾਂ ਦੀ ਮੈਂ ਇੱਜ਼ਤ ਕਰਦਾ। ਉਹਨਾਂ ਦੇ ਪਿਤਾ ਜੀ ਨੇ ਪਾਰਟੀ ਦੀ ਬੜੀ ਵੱਡੀ ਲੰਮੇ ਸਮੇਂ ਲਈ ਸੇਵਾ ਕੀਤੀ ਔਰ ਪਾਰਟੀ ਨੇ ਉਹਨਾਂ ਨੂੰ ਬਹੁਤ ਵੱਡੇ ਵੱਡੇ ਅਹੁਦੇ ਦੇ ਕੇ ਨਵਾਜਿਆ। ਜਾਖੜ ਸਾਹਿਬ ਨੂੰ ਵੀ ਅਹੁਦੇ ਬੜੇ ਵੱਡਾ ਦਿੱਤਾ, ਹਾਲਾਂਕਿ ਹਾਰ ਗਏ ਸੀ, ਉਹਨਾਂ ਨੂੰ ਪ੍ਰਧਾਨ ਬਣਾਇਆ। ਔਰ ਸ਼ਾਬਾਸ਼ ਦੇਣੀ ਚਾਹੁੰਦਾ ਮੈਂ ਚਰਨਜੀਤ ਸਿੰਘ ਚੰਨੀ ਨੂੰ, ਜਿਨ੍ਹਾਂ ਦੇ ਸਿੱਧੂ ਸਾਹਿਬ ਉਲਟ ਬੋਲਦੇ ਰਹੇ, ਲਗਾਤਾਰ ਉਲਟ ਬੋਲਦੇ ਰਹੇ। ਚਰਨਜੀਤ ਸਿੰਘ ਚੰਨੀ ਉਹਨਾਂ ਨੇ ਉਹਨੂੰ ਕੰਪੇਨ 'ਚ ਸੱਦਿਆ ਕਿ ਮੇਰੀ ਮਦਦ ਕਰੋ, ਮੈਂ ਮਰ ਗਿਆ, ਤੇ ਉਹ ਫਿਰ ਚਲੇ ਗਏ। ਫਰਾਕ ਦਿਲੀ ਆ ਉਹਨਾਂ ਦੀ। ਸੋ ਫਰਾਕ ਦਿਲ ਬਣਨ ਦੀ ਕੋਸ਼ਿਸ਼ ਕਰੋ। ਮੈਂ ਤੁਹਾਡੇ ਤੇ ਕੋਈ ਵਾਰ ਨਹੀਂ ਕਰਨਾ ਚਾਹੁੰਦਾ, ਕਿਉਂਕਿ ਤੁਸੀਂ ਤਾਂ ਉਹ ਇਨਸਾਨ ਹੋ ਜਿਨ੍ਹਾਂ ਨੇ ਰਾਜੇ ਰਾਣੇ ਸਾਰੇ ਸਾਫ਼ ਕਰ ਦੇਣੇ ਸੀ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।